ਇਹ ਜਹਾਜ਼ ਤੋਂ ਬਾਹਰ ਕੱਢਣ ਦੇ ਨਾਲ ਕਿ ਭਗਵੰਤ ਮਾਨ ਦੀ ਬੇਇੱਜ਼ਤੀ ਨਹੀਂ ਹੋਈ, ਉਹਦੀ ਤਾਂ ਹੋਈ ਹੋਈ ਆ ਜਿਹੜੀ ਹੋਈ ਆ। ਲੇਕਿਨ ਸਾਡੇ ਪੰਜਾਬ ਦੀ ਸਿੱਖਾਂ ਦੀ ਜਿਹੜੇ ਲੋਕ ਪੱਗ ਬੰਨ੍ਹਦੇ ਨੇ ਜਦੋਂ ਉੱਥੇ ਦੇਖਦੇ ਹੋਣਗੇ ਇਦਾਂ ਡਿੱਗਦਾ ਫਿਰਦਾ ਹਿੱਲਦਾ ਵਾ। ਲੇਕਿਨ ਹੁਣ ਜ਼ਿੰਮੇਵਾਰੀ ਹੁੰਦਿਆਂ ਇੱਕ ਚੀਫ ਮਿਨਿਸਟਰ ਹੁੰਦਿਆਂ ਪੰਜਾਬ ਦਾ ਵਿਦੇਸ਼ ਦੀ ਧਰਤੀ ਤੇ ਜਾ ਕੇ ਕਿ ਸਾਡੀ ਬੇਇੱਜ਼ਤੀ ਕਰਾਵੇ, ਇਹ ਕਦੀ ਪ੍ਰਵਾਨ ਨਹੀਂ ਕਰਨਗੇ ਪੰਜਾਬ ਦੇ ਲੋਕ। ਬੁਲਾਰੇ ਬਲੂਰੇ ਜੇ ਉਹ ਕਹਿੰਦੇ ਨੇ ਜਿਹਦਾ ਇਹਦੀ ਸਿਹਤ ਠੀਕ ਨਹੀਂ ਸੀ। ਅਗਰ ਸਿਹਤ ਠੀਕ ਨਹੀਂ ਸੀ ਤੇ ਫਿਰ 에ਅਰਪੋਰਟ ਤੇ ਜਹਾਜ਼ ਤੱਕ ਕਿਉਂ ਆਇਆ? ਨੰਬਰ 1 ਆ ਜਿਹੜਾ ਪਿੱਛੇ ਇਹਨਾਂ ਨੇ ਇੱਕ ਡਾਕਟਰ ਵਿਜੇ ਸਿੰਗਲਾ ਕੱਢਿਆ ਸੀ ਜਿਸ ਦੀ ਜਾਣਕਾਰੀ ਇਕੱਲੇ ਭਗਵੰਤ ਮਾਨ ਕੋਲ ਸੀ। ਹਾਲਾਂਕਿ ਫੌਜਾ ਸਿੰਘ ਸਰਾਰੀ ਦੀ ਜਾਣਕਾਰੀ ਸਾਰੀ ਦੁਨੀਆ 'ਚ ਪਹੁੰਚ ਚੁੱਕੀ ਹੈ, ਭਗਵੰਤ ਮਾਨ ਦੇ ਕੰਡਕਟ ਦੀ ਜਾਣਕਾਰੀ ਸਾਰੀ ਦੁਨੀਆ 'ਚ ਪਹੁੰਚ ਚੁੱਕੀ ਹੈ। ਤੇ ਵਿਜੇ ਸਿੰਗਲੇ ਨੂੰ ਕੱਢ ਦਿੱਤਾ, ਉਹਨੂੰ ਜੇਲ੍ਹ ਵੀ ਭੇਜ ਦਿੱਤਾ। ਤੇ ਹੁਣ ਬੜੇ ਸੋਹਣੇ ਪਾਰਟੀ 'ਚ ਨਾਲ ਵੀ ਲਈ ਫਿਰਦੇ ਨੇ। ਮੈਨੂੰ ਸਮਝ ਨਹੀਂ ਆਉਂਦਾ ਕਿ ਕੌਣ ਢੀਠ ਹੈ ਇਹਨਾਂ 'ਚੋਂ, ਕੇਜਰੀਵਾਲ ਪਾਰਟੀ ਢੀਠ ਆ ਕਿ ਸਿੰਗਲਾ ਸਾਹਿਬ ਢੀਠ ਨੇ। ਲੋਕ ਨੂੰ ਲੋਕ ਕਹਿੰਦਾ ਵਾ, ਹਾਲਾਂਕਿ ਇਹਦੇ 'ਚ ਕੋਈ ਬਹੁਤ ਜ਼ਿਆਦਾ ਡਿਫਰੈਂਸ ਨਹੀਂ। ਆਪਾਂ ਨੋਰਮਲ ਕੋਰਸ ਵਿੱਚ ਸਭ ਕੁਝ ਦੇਖ ਇਹਨੂੰ ਮੇਰੀ ਉਸ ਛੋਟੀ ਜਿਹੀ ਗੱਲ ਦੇ ਉੱਤੇ ਕਿੰਨੀ ਵੱਡੀ ਆਬਜੈਕਸ਼ਨ ਹੋਈ ਕਿ ਵਿਧਾਨ ਸਭਾ ਦੇ ਵਿੱਚ ਸਮਾਂ ਬਰਬਾਦ ਕੀਤਾ ਤੇ ਹੁਣ ਆਪ ਸ਼ਰਾਬੀ ਹਾਲਤ ਵਿੱਚ ਜਹਾਜ਼ ਤੋਂ ਕੱਢ ਦਿੱਤਾ ਜਾਂਦਾ, ਇੱਕ ਵਿਦੇਸ਼ ਦੀ ਧਰਤੀ ਦੇ ਉੱਤੇ ਸਾਡੀ ਬੇਇੱਜ਼ਤੀ ਕਰਾਉਂਦਾ, ਸਾਡੀ ਤੋਹੀਨ ਕਰਾਉਂਦਾ। ਤੇ ਜੇ ਤੁਹਾਡੇ ਵਿੱਚ ਵੀ ਮਾੜੀ ਜੀ ਨੈਤਿਕਤਾ ਬਚੀ ਆ ਭਗਵੰਤ ਸਿੰਘ ਮਾਨ ਸਾਹਿਬ, ਤੇ ਆਪ ਇਸਤੀਫਾ ਦੇ ਦਿਓ। ਜਿਹੜੇ ਅੰਨੇ ਜੇ ਭਗਤ ਬਣੇ ਫਿਰਦੇ ਇਹਨਾਂ ਦੇ ਝਾੜ ਬੋਕਰ ਵਾਲਿਆਂ ਦੇ, ਉਹਨਾਂ ਨੂੰ ਮੇਰੀ ਬੇਨਤੀ ਕਿ ਸਾਡੀ ਵੀਡੀਓ ਤੋਂ ਪਰੇ ਰਿਹਾ ਕਰੋ। ਅਸੀਂ ਨੋਟ ਵੀ ਲੈ ਕੇ ਦਿੰਨੇ ਆ, ਉਹਦੇ ਬਾਵਜੂਦ ਤੁਸੀਂ ਆਣ ਕੇ ਵਿੱਚ ਗਾਲੀ ਗਲੋਚ ਕਰਦੇ ਆ, ਇਹ ਸ਼ੋਭਦਾ ਨਹੀਂਗਾ। ਤੁਹਾਡੇ ਪੱਲੇ ਕੱਖ ਨਹੀਂਗਾ। ਦੋਸਤੋ, ਪੰਜਾਬ ਦੇ ਲੋਕਾਂ ਨੇ ਇਸ ਵਾਰ ਬੜੀ ਉਮੀਦ ਨਾਲ ਵੋਟ ਪਾਈ ਸੀ ਕਿ ਆਮ ਆਦਮੀ ਪਾਰਟੀ ਬਦਲਾਵ ਦਾ ਨਾਰਾ ਦੇ ਰਹੀ ਹੈ ਤੇ ਵਾਕਈ ਹੋ ਸਕਦਾ ਕਿ ਕੁਝ ਹਾਲਾਤ ਪੰਜਾਬ ਦੇ ਬਦਲਣਗੇ। ਲੇਕਿਨ ਜੋ ਕੱਲ ਭਗਵੰਤ ਮਾਨ ਦਾ ਰਵੱਈਆ ਦੇਖਿਆ ਉੱਥੇ ਫਰੈਂਕਫਰਟ 에ਅਰਪੋਰਟ ਤੇ ਜਰਮਨੀ ਜਦੋਂ ਉਹ ਵਾਪਸ ਆਉਣਾ ਚਾਹੁੰਦੇ ਸੀ ਇੰਡੀਆ, ਜਿਸ ਢੰਗ ਦੇ ਨਾਲ ਉਹਨਾਂ ਨੂੰ ਡੀਪਲੇਨ ਕੀਤਾ ਗਿਆ, ਜਹਾਜ਼ ਤੋਂ ਬਾਹਰ ਕਰ ਦਿੱਤਾ ਗਿਆ। ਔਰ ਜਿਹੜਾ indianarrative.com ਪੋਰਟਲ ਹੈ ਜਿਸ ਨੇ ਪਹਿਲਾਂ ਨਿਊਜ਼ ਰਿਲੀਜ਼ ਕੀਤੀ, ਉਹਨਾਂ ਨੇ ਕਿਹਾ ਕਿ ਇਹਦੀ ਸ਼ਰਾਬ ਪੀਤੀ ਹੋਈ ਸੀਗੀ, ਇਹ ਆਪਣੇ ਆਪ ਚੱਲ ਨਹੀਂ ਸੀ ਸਕਦਾ, ਇਹਨੂੰ ਸਹਾਰੇ ਦੀ ਲੋੜ ਸੀਗੀ। ਇਸ ਕਰਕੇ 에ਅਰਲਾਈਨ ਨੇ ਇਹ ਸੋਚਿਆ, ਮੁਨਾਸਬ ਸਮਝਿਆ ਕਿ ਇਸ ਨੂੰ ਜਿਹੜਾ ਜਹਾਜ਼ ਤੋਂ ਬਾਹਰ ਕੀਤਾ ਜਾਵੇ। ਇਹ ਜਹਾਜ਼ ਤੋਂ ਬਾਹਰ ਕੱਢਣ ਦੇ ਨਾਲ ਇਕੱਲੇ ਭਗਵੰਤ ਮਾਨ ਦੀ ਬੇਇੱਜ਼ਤੀ ਨਹੀਂ ਹੋਈ, ਉਹਦੀ ਤਾਂ ਹੋਈ ਹੋਈ ਆ ਜਿਹੜੀ ਹੋਈ ਆ। ਲੇਕਿਨ ਸਾਡੇ ਪੰਜਾਬ ਦੀ ਸਿੱਖਾਂ ਦੀ ਜਿਹੜੇ ਲੋਕ ਪੱਗ ਬੰਨ੍ਹਦੇ ਨੇ ਜਦੋਂ ਉੱਥੇ ਦੇਖਦੇ ਹੋਣਗੇ ਇਦਾਂ ਡਿੱਗਦਾ ਫਿਰਦਾ ਹਿੱਲਦਾ ਵਾ, ਕਿਉਂਕਿ ਉੱਥੇ ਆਏ ਫਿਟਨੈਸ ਅਕਾਊਂਟ ਆਇਆ, ਉਹਨਾਂ ਨੇ ਕਿਹਾ ਕਿ ਅਸੀਂ ਆਪ ਆਪਣੀ ਅੱਖਾਂ ਦੇ ਨਾਲ ਦੇਖਿਆ। ਔਰ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਨੇ ਵੀਡੀਓ ਵੀ ਜ਼ਰੂਰ ਬਣਾਈ ਹੋਵੇ। ਉਹਦੇ ਨਾਲ ਇਕੱਲੇ ਪੰਜਾਬ ਦੀ ਨਹੀਂ ਬੇਇੱਜ਼ਤੀ ਹੋਈ, ਇਕੱਲੇ ਸਿੱਖਾਂ ਦੀ ਬੇਇੱਜ਼ਤੀ ਨਹੀਂ ਹੋਈ, ਸਾਰੇ ਦੇਸ਼ ਦੀ ਬੇਇੱਜ਼ਤੀ ਹੋਈ ਆ। ਔਰ ਸਾਡਾ ਇਹ ਮੰਨਣਾ ਵਾ ਕਿ ਪਹਿਲੀ ਵਾਰ ਨਹੀਂ ਹੋਇਆ ਭਗਵੰਤ ਸਿੰਘ ਮਾਨ। ਅਗਰ ਇਨਸੀਡੈਂਟਲੀ ਕਿਤੇ ਇੱਕ ਅੱਧੀ ਵਾਰੀ ਆਦਮੀ ਕੋਈ ਇਸ ਤਰ੍ਹਾਂ ਦੀ ਗਲਤੀ ਕਰਦਾ ਤਾਂ ਉਹ ਮਾਫੀ ਯੋਗ ਹੁੰਦਾ, ਲੇਕਿਨ ਇਹ ਰਿਪੀਟਡ ਗਲਤੀਆਂ ਨੇ। ਤੁਹਾਨੂੰ ਯਾਦ ਹੋਵੇਗਾ 2015 ਜਦੋਂ ਬਾਈਬਲ ਕਲਾਂ ਦੇ ਮਾਰੇ ਗਏ ਸੀਗੇ 2 ਸਿੱਖ, ਉਹਨਾਂ ਦੇ ਭੋਗ ਤੇ ਪਹੁੰਚਿਆ, ਮੈਂ ਸਟੇਜ ਦੇ ਉੱਤੇ ਬੈਠਾ ਹੋਇਆ ਸੀਗਾ, ਇਹ ਥੱਲਿਓਂ ਤੁਰਿਆ ਆਉਂਦਾ ਸੀਗਾ ਔਰ ਬੜਾ ਡਿੱਗਦਾ ਡੁੱਗਦਾ ਆਇਆ, ਕਰਾਊਡ ਦੇ ਵਿੱਚੋਂ ਦੀ ਆਉਂਦੇ, ਬੜੀ ਮੁਸ਼ਕਿਲ ਨਾਲ ਸਟੇਜ ਦੇ ਲਾਗੇ ਪਹੁੰਚਿਆ ਤੇ ਉੱਥੇ ਜਿਹੜੇ ਉੱਪਰ ਸਿੰਘ ਸਾਹਿਬ ਬੈਠੇ ਸੀਗੇ, ਉਹਨਾਂ ਨੇ ਕਿਹਾ ਕਿ ਇਸ ਨੂੰ ਥੱਲੇ ਹਟਾਓ, ਭੇਜੋ, ਸਟੇਜ ਤੋਂ ਲਾਓ ਇਹਨੂੰ, ਇਹਨੇ ਸ਼ਰਾਬ ਪੀਤੀ ਹੋਈ, ਇਹਦੀ ਮਹਿਕ ਜਿਹੜੀ ਆ, ਸਮੈਲ ਜਿਹੜੀ ਦੂਰ ਦੂਰ ਤੱਕ ਆ ਰਹੀ। ਔਰ ਸੁੱਚਾ ਸਿੰਘ ਛੋਟੇਪੁਰ ਉਸ ਵਕਤ ਆਮ ਆਦਮੀ ਪਾਰਟੀ ਦੇ ਕਨਵੀਨਰ ਸੀ। ਔਰ ਉਸ ਤੋਂ ਅੱਗੇ ਪਿੱਛੇ ਕਦੀ ਕਿਤੇ ਨਾਲੀ 'ਚ ਡਿੱਗ ਜਾਣਾ ਪੈਰ ਥੱਲੇ ਹੋ ਕੇ, ਕਦੀ ਗੱਡੀ 'ਚ ਲੋਟ ਪੋਟ ਲੈਣੀਆਂ, ਇਹ ਸਾਰੀਆਂ ਉਹਦੀਆਂ ਹਰਕਤਾਂ ਜਿਹੜੀਆਂ ਇਹ ਆਉਂਦੀਆਂ ਨਹੀਂ। ਪਰ ਚਲੋ ਉਦੋਂ ਇਹ ਆਪਾਂ ਜਨਤਾ ਸਮਝਦੀ ਸੀ ਵੀ ਹਲੇ ਆਪੋਜੀਸ਼ਨ 'ਚ ਆ ਜੀ, ਹਲੇ ਇਹਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲੀ। ਲੇਕਿਨ ਹੁਣ ਜ਼ਿੰਮੇਵਾਰੀ ਹੁੰਦਿਆਂ ਇੱਕ ਚੀਫ ਮਿਨਿਸਟਰ ਹੁੰਦਿਆਂ ਪੰਜਾਬ ਦਾ ਵਿਦੇਸ਼ ਦੀ ਧਰਤੀ ਤੇ ਜਾ ਕੇ ਇਹ ਸਾਡੀ ਬੇਇੱਜ਼ਤੀ ਕਰਾਵੇ, ਇਹ ਕਦੀ ਪ੍ਰਵਾਨ ਨਹੀਂ ਕਰਨਗੇ ਪੰਜਾਬ ਦੇ ਲੋਕ। ਔਰ ਉਸ ਤੋਂ ਪਹਿਲਾਂ ਪਿੱਛੇ ਚੱਲ ਜਾਓ, ਜਦੋਂ ਚੀਫ ਮਿਨਿਸਟਰ ਵਜੋਂ ਤਖਤ ਦਮਦਮਾ ਸਾਹਿਬ ਤੇ ਮੱਥਾ ਟੇਕਣਗੇ ਤਲਵੰਡੀ ਸਾਬੋ, ਉੱਥੇ ਵੀ ਸ਼ਰਾਬ ਪੀਤੀ ਹੋਈ ਸੀ। ਔਰ ਕਿੱਡੀ ਮਾੜੀ ਗੱਲ ਹੈ ਕਿ ਤੁਸੀਂ ਸ਼ਰਾਬ ਪੀ ਕੇ, ਚਲੋ ਉਦਾਂ ਦੁਨੀਆ ਸ਼ਰਾਬ ਸਾਰੀ ਪੀਂਦੀ, ਮੈਂ ਨਹੀਂ ਕਹਿੰਦਾ ਕਿ ਨਹੀਂ ਪੀਂਦੀ, ਲੇਕਿਨ ਸਾਰਿਆਂ ਨੂੰ ਆਪਣੀ ਆਪਣੀ ਹੱਦ ਪਤਾ ਹੁੰਦੀ ਆ। ਔਰ ਧਾਰਮਿਕ ਸਥਾਨ ਤੇ ਤਾਂ ਲੋਕੀ ਬਹੁਤ ਜ਼ਿਆਦਾ ਡਰਦੇ ਨੇ, ਮੰਦਿਰ, ਮਸਜਿਦ, ਗੁਰਦੁਆਰਾ, ਕਿਸੇ ਚਰਚ ਵਿੱਚ ਜਾਣਾ ਕਿ ਸ਼ਰਾਬ ਪੀ ਕੇ ਆਪਾਂ ਨਹੀਂ ਜਾਣਾ, ਇਹ ਇੱਕ ਸਧਾਰਨ ਜਿਹਾ ਵਿਅਕਤੀ ਵੀ ਜਾਣਦਾ ਵਾ। ਲੇਕਿਨ ਜਿਸ ਢੰਗ ਦੇ ਨਾਲ ਭਗਵੰਤ ਸਿੰਘ ਮਾਨ ਨੇ ਉੱਥੇ ਤੋਹੀਨ ਕਰਾਈ ਗਿਆ, ਔਰ ਮੈਂ ਸਮਝਦਾ ਕਿ ਇਹਨਾਂ ਦੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਝਾੜੂ ਦੇ ਆ ਹੈਗੇ ਨੇ ਬੁਲਾਰੇ ਬਲੂਰੇ ਜੇ, ਉਹ ਕਹਿੰਦੇ ਨੇ ਜਿਹਦਾ ਇਹਦੀ ਸਿਹਤ ਠੀਕ ਨਹੀਂ ਸੀਗੀ। ਅਗਰ ਸਿਹਤ ਠੀਕ ਨਹੀਂ ਸੀ ਤੇ ਫਿਰ 에ਅਰਪੋਰਟ ਤੇ ਜਹਾਜ਼ ਤੱਕ ਕਿਉਂ ਆਇਆ? ਨੰਬਰ 1 ਜੇ ਉਹਦੀ ਸਿਹਤ ਠੀਕ ਨਹੀਂ ਸੀ ਤੇ ਉਸੇ ਦੌਰਾਨ ਇੱਕ ਵੀਡੀਓ ਪਾਈ ਜਦੋਂ ਕੱਲ ਇਹਨਾਂ ਦਾ ਕੋਈ ਸ਼ਾਇਦ ਨੈਸ਼ਨਲ ਕਨਵੈਨਸ਼ਨ ਹੋ ਰਹੀ ਸੀ ਆਮ ਆਦਮੀ ਪਾਰਟੀ ਦੀ ਦਿੱਲੀ, ਉਹਨਾਂ ਨੂੰ ਐਡਰੈਸ ਕਰਨ ਵਾਸਤੇ। ਹਾਲਾਂਕਿ ਉਸ ਵੀਡੀਓ ਦੇ ਵਿੱਚ ਵੀ ਇਹਦਾ ਜਿਹੜਾ ਰਵੱਈਆ ਜਿਹੜਾ ਸੀਗਾ ਉਹ ਠੀਕ ਨਜ਼ਰ ਨਹੀਂ ਸੀ ਆ ਰਿਹਾ। ਤੇ ਜੇ ਉਹ ਠੀਕ ਨਹੀਂ ਸੀਗਾ ਤੇ ਕੱਲ ਦੀ ਬਜਾਏ ਜਹਾਜ਼ ਫੜ ਕੇ ਅੱਜ ਬੜੇ ਸੋਹਣੇ ਦਿੱਲੀ ਪਹੁੰਚੇ ਹੋਏ ਨੇ ਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤਾਂ ਕਰ ਰਹੇ ਨੇ। ਸਾਡਾ ਮੰਨਣਾ ਵਾ ਕਿ ਇਹਦੀ ਤਹਿਕੀਕਾਤ ਜਿਹੜੀ ਆ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਗਵਰਨਮੈਂਟ ਆਫ ਇੰਡੀਆ ਨੂੰ, ਕਿਉਂਕਿ ਉੱਥੇ ਜਿਹੜੇ ਸਾਡਾ ਕਾਉਂਸਲ ਜਨਰਲ ਹੁੰਦਾ ਹਰ ਦੇਸ਼ ਦੇ ਵਿੱਚ, ਜਰਮਨੀ ਜਿਹੜਾ ਕਾਉਂਸਲ ਜਨਰਲ ਆ
ਉਹਦਾ ਸਟਾਫ ਨਾਲ ਗਿਆ ਹੋਵੇਗਾ। ਜਦੋਂ ਕੋਈ ਡਿਗਨਿਟਰੀ ਚੀਫ ਮਿਨਿਸਟਰ ਲੈਵਲ ਦਾ ਜਾਂਦਾ ਕਿਸੇ ਵਿਦੇਸ਼ ਵਿੱਚ, ਉੱਥੋਂ ਦੀ ਐਮਬੈਸੀ ਦੇ ਜਿਹੜੇ ਅਫਸਰ ਨੇ ਉਹਨੂੰ ਲੈਣ ਵੀ ਜਾਂਦੇ ਨੇ, ਉਸ ਨੂੰ ਛੱਡਣ ਵੀ ਜਾਂਦੇ ਨੇ, ਉਹਨਾਂ ਨੂੰ ਸਾਰੀ ਰਿਪੋਰਟ ਹੋਵੇਗੀ, ਉਹ ਦੱਸ ਸਕਦੇ ਨੇ ਕਿ ਅਸਲੀਅਤ ਕੀ ਸੀਗੀ। ਪਰ ਜੋ ਜਨਤਕ ਗੱਲ ਹੋਈ ਆ ਉਹਦੇ ਨਾਲ ਪੰਜਾਬ ਦਾ ਸਿਰ ਤੇ ਸਿੱਖਾਂ ਦਾ ਸਿਰ ਸ਼ਰਮ ਦੇ ਨਾਲ ਨੀਵਾਂ ਹੋਇਆ। ਔਰ ਇੱਥੇ ਬਸ ਨਹੀਂ, ਇਹ ਜਿਹੜੇ ਬਦਲਾਅ ਲਿਆਉਣ ਦੀ ਗੱਲ ਕਰਦੇ ਸੀ, ਇਹਨਾਂ ਦੇ ਮੰਤਰੀਆਂ ਦੀ ਹਾਲਤ ਦੇਖ ਲਓ ਤੁਸੀਂ। ਐਮਐਲਏ ਨੂੰ ਛੱਡ ਦਿਓ, ਤੁਸੀਂ ਜੋ ਕਰਦੇ ਨੇ ਪਠਾਨ ਮਾਜਰਾ ਵਗੈਰਾ ਨਹੀਂ ਕੀਤਾ, ਉਹ ਛੱਡ ਦਿਓ 2 ਮਿੰਟ ਲਈ। ਇਹਨਾਂ ਦਾ ਮਿਨਿਸਟਰ ਫੌਜਾ ਸਿੰਘ ਸਰਾਰੀ, ਉਹ ਆਪਣੇ ਓਐਸਟੀ ਦੇ ਨਾਲ ਟੈਲੀਫੋਨ ਦੇ ਉੱਤੇ ਆਡੀਓ 'ਚ ਸਾਜ਼ਿਸ਼ ਕਰ ਰਿਹਾ ਵਾ ਕਿ ਆਪਾਂ ਕਿਸ ਤਰ੍ਹਾਂ ਬੰਦਿਆਂ ਨੂੰ ਉੱਥੇ ਫਸਾਉਣਾ ਪਹਿਲਾਂ, ਔਰ ਜਦੋਂ ਐਨ ਫਸ ਜਾਣਗੇ ਫਿਰ ਆਪਾਂ ਉਹਨਾਂ ਕੋਲ ਪੈਸੇ ਕਿੱਦਾਂ ਉਗਰਾਉਣੇ ਆ। ਐਕਸਟੋਰਸ਼ਨ, ਮਤਲਬ ਕਰਪਸ਼ਨ ਕਰਦੇ ਤਾਂ ਪਾਰਟੀਆਂ ਦੇ ਲੀਡਰ ਦੇਖੇ ਨੇ ਅਸੀਂ, ਪਰ ਐਕਸਟੋਰਸ਼ਨ ਕਰਕੇ ਇੱਕ ਮਿਨਿਸਟਰ ਆਪਣੇ ਅਹੁਦੇ ਦਾ ਦੁਰਇਸਤੇਮਾਲ ਕਰਕੇ, ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਪਹਿਲਾਂ ਬੰਦਿਆਂ ਨੂੰ ਫਸਾ ਕੇ ਫਿਰ ਉਹਨਾਂ ਕੋਲ ਪੈਸੇ ਲਵੇਗਾ, ਉਹਦੇ ਤੇ ਵੀ ਚੁੱਪ ਬੈਠੇ ਨੇ ਅਰਵਿੰਦ ਕੇਜਰੀਵਾਲ ਸਾਹਿਬ। ਅਰਵਿੰਦ ਕੇਜਰੀਵਾਲ ਜੀ, ਇਹ ਕਿੱਦਾਂ ਦੀ ਰਾਜਨੀਤੀ ਦਾ ਬਦਲਾਅ ਤੁਸੀਂ ਦੱਸੋ। ਤੁਸੀਂ ਤਾਂ ਹਲੇ ਹਿਮਾਚਲ 'ਚ ਵੀ ਲੋਕਾਂ ਨੂੰ ਜੋਕਰ ਬਣਾਉਣ ਚੱਲੇ ਹੋ, ਗੁਜਰਾਤ ਵਿੱਚ ਵੀ ਮੂਰਖ ਬਣਾਉਣ ਚੱਲੇ ਹੋ, ਸਾਡਾ ਪੈਸਾ ਵਰਤ ਕੇ, ਸਾਡੇ ਇਸ਼ਤਿਹਾਰ ਦੇ ਕੇ। ਪਹਿਲਾਂ ਇਹ ਦੱਸੋ ਪੰਜਾਬ ਦੇ ਲੋਕਾਂ ਨੂੰ ਕਿ ਆਹ ਜਿਹੜੇ ਤੁਹਾਡੇ ਕਰਪਟ ਮਿਨਿਸਟਰਸ ਨੇ, ਜਿਹੜੇ ਆਦਮੀ ਸ਼ਰੇਆਮ ਟੈਲੀਫੋਨਾਂ ਤੇ ਫੜੇ ਗਏ ਨੇ, ਤੁਸੀਂ ਇਹਨਾਂ ਦੇ ਖਿਲਾਫ ਕੀ ਐਕਸ਼ਨ ਲਵੋਗੇ? ਤੁਹਾਡਾ ਚੀਫ ਮਿਨਿਸਟਰ ਸ਼ਰਾਬੀ ਹਾਲਤ ਵਿੱਚ ਵਿਦੇਸ਼ ਵਿੱਚ ਪਾਇਆ ਜਾਂਦਾ, ਤੁਹਾਡੀ ਕੋਈ ਐਥਿਕਸ ਰਹਿ ਗਈ ਆ ਪੋਲਿਟਿਕਸ ਵਿੱਚ? ਕੋਈ ਮੋਰੈਲਿਟੀ, ਕੋਈ ਨੈਤਿਕਤਾ ਦੀ ਕੋਈ ਗੱਲ ਬਾਕੀ ਰਹਿ ਗਈ ਆ? ਇਹ ਦੇਸ਼ ਨੂੰ ਤੁਹਾਨੂੰ ਦੱਸਣਾ ਚਾਹੀਦਾ ਵਾ। ਔਰ ਮੈਂ ਸਮਝਦਾ ਕਿ ਆ ਜਿਹੜਾ ਪਿੱਛੇ ਇਹਨਾਂ ਨੇ ਇੱਕ ਡਾਕਟਰ ਵਿਜੇ ਸਿੰਗਲਾ ਕੱਢਿਆ ਸੀ ਇਹਨੂੰ, ਜਿਸ ਦੀ ਜਾਣਕਾਰੀ ਇਕੱਲੇ ਭਗਵੰਤ ਮਾਨ ਕੋਲ ਸੀਗੀ। ਹਾਲਾਂਕਿ ਫੌਜਾ ਸਿੰਘ ਸਰਾਰੀ ਦੀ ਜਾਣਕਾਰੀ ਸਾਰੀ ਦੁਨੀਆ 'ਚ ਪਹੁੰਚ ਚੁੱਕੀ ਆ, ਭਗਵੰਤ ਮਾਨ ਦੇ ਕੰਡਕਟ ਦੀ ਜਾਣਕਾਰੀ ਸਾਰੀ ਦੁਨੀਆ 'ਚ ਪਹੁੰਚ ਚੁੱਕੀ ਆ, ਤੇ ਵਿਜੇ ਸਿੰਗਲੇ ਨੂੰ ਕੱਢ ਦਿੱਤਾ, ਉਹਨੂੰ ਜੇਲ੍ਹ ਵੀ ਭੇਜ ਦਿੱਤਾ, ਤੇ ਹੁਣ ਬੜੇ ਸੋਹਣੇ ਪਾਰਟੀ 'ਚ ਨਾਲ ਵੀ ਲਈ ਫਿਰਦੇ ਨੇ। ਮੈਨੂੰ ਸਮਝ ਨਹੀਂ ਆਉਂਦਾ ਕਿ ਕੌਣ ਢੀਠ ਹੈ ਇਹਨਾਂ 'ਚੋਂ, ਕੇਜਰੀਵਾਲ ਪਾਰਟੀ ਢੀਠ ਆ ਕਿ ਸਿੰਗਲਾ ਸਾਹਿਬ ਢੀਠ ਨੇ? ਨਹੀਂ ਤਾਂ ਇੰਨਾ ਕੁਝ ਵਾਪਰਨ ਤੋਂ ਬਾਅਦ ਜੇ ਬੰਦੇ ਨੂੰ ਕਿਸੇ ਨੂੰ ਗੈਰ ਕਾਨੂੰਨੀ ਜਾਂ ਕਿਸੇ ਨਾਲ ਜ਼ਿਆਦਤੀ ਕਰਕੇ ਉਹਦੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਸੁੱਟਿਆ ਹੋਵੇ, ਉਹ ਪੰਜਾਬੀ 'ਚ ਕਹਿੰਦੇ ਆ ਕਿ ਉਹ, ਉਹਨਾਂ 'ਚੋਂ ਨਿਕਲ ਚੱਲੀ ਸੀ ਗਲਤ ਗੱਲ, ਕਿ ਉਹ ਕਦੀ ਇਹਨਾਂ ਵੱਲ ਜਾਂਦਾ ਵੀ ਨਹੀਂ ਮੁੜ ਕੇ ਦੁਬਾਰਾ ਜ਼ਿੰਦਗੀ ਦੇ ਵਿੱਚ। ਲੇਕਿਨ ਬੜੇ ਸੋਹਣੇ ਤੁਰਦੇ ਫਿਰਦੇ ਨੇ। ਇਹ ਨਵੇਂ ਬਦਲਾਵ ਦੀ ਰਾਜਨੀਤੀ ਪਹਿਲੀ ਵਾਰ ਮੈਂ ਦੇਖ ਰਿਹਾ ਹਾਂ। ਔਰ ਭਗਵੰਤ ਮਾਨ ਦੇ ਕੰਡਕਟ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਕੋਈ ਬੰਦਾ ਮਿਨਿਸਟਰ ਬਣਦਾ, ਕਿਸੇ ਸਟੇਟ ਦਾ ਚੀਫ ਮਿਨਿਸਟਰ ਬਣਦਾ, ਉਹ ਦੈਨ ਹੀ ਹੈਜ਼ ਟੂ ਲੀਡ ਬਾਈ ਐਗਜ਼ਾਮਪਲ, ਕਿਉਂਕਿ ਉਹਨੂੰ ਫਿਰ ਸਾਰੇ ਨੌਜਵਾਨ ਦੂਜੇ ਤੀਜੇ ਦੇਖ ਰਹੇ ਨੇ ਕਿ ਇਹਦਾ ਕੰਡਕਟ ਕਿੱਦਾਂ, ਇਹ ਇਸ ਮੁਕਾਮ ਤੇ ਕਿੱਦਾਂ ਪਹੁੰਚਿਆ, ਅਸੀਂ ਵੀ ਇਸ ਤਰੀਕੇ ਨਾਲ ਚੱਲਣਾ। ਤੇ ਫਿਰ ਉਹ ਦੇਖਣਗੇ ਕਿ ਇਹ ਤਾਂ ਸਾਡਾ ਮੁੱਖ ਮੰਤਰੀ ਤਾਂ ਰੋਜ਼ ਨਿਤ ਦਿਨ ਸ਼ਰਾਬ ਪੀ ਕੇ ਕਦੇ ਇੱਥੇ ਡਿੱਗਦਾ ਕਦੇ ਉੱਧਰ ਡਿੱਗਦਾ ਵਾ, ਤੇ ਫਿਰ ਉੱਥੋਂ ਸਿਹਤ ਤਾਂ ਉਹਨਾਂ ਨੂੰ ਸ਼ਰਾਬ ਪੀਣ ਦੀ ਮਿਲੇਗੀ ਨਾ। ਫਿਰ ਆਪਾਂ ਕਿਹੜੇ ਮੂੰਹ ਦੇ ਨਾਲ ਡਰੱਗਸ ਨੂੰ ਕੰਟਰੋਲ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ? ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਕੋਖ ਦਾ ਵਿਸ਼ਾ ਬਣਦੀਆਂ ਨੇ। ਪਰ ਮੈਂ ਸਮਝਦਾ ਕਿ ਅੱਜ ਸਾਡੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹਦੇ ਤੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹਦਾ ਅਸਤੀਫਾ ਮੰਗਿਆ ਵਾ। ਮੈਂ ਕਹਿੰਦਾ ਕਿ ਕੇਜਰੀਵਾਲ 'ਚ ਜੇ ਮਾੜੀ ਮੋਟੀ ਵੀ ਰੱਤਾ ਭਰ ਕੋਈ ਸ਼ਰਮ ਬਾਕੀ ਬਚੀ ਆ ਤੇ ਇਹਨੂੰ ਡਿਸਮਿਸ ਕਰਨਾ ਚਾਹੀਦਾ ਵਾ। ਤੇ ਭਗਵੰਤ ਸਿੰਘ ਮਾਨ ਵਿੱਚ ਵੀ, ਕਿਉਂਕਿ ਦੂਜਿਆਂ ਨੂੰ ਟਿਚਰਾਂ ਕਰਨੀਆਂ ਕਿੰਨੀਆਂ ਸੌਖਣੀਆਂ। ਮੈਨੂੰ ਵਿਧਾਨ ਸਭਾ ਦੇ ਵਿੱਚ ਕਹਿੰਦਾ ਜੀ ਇਹਨੂੰ ਪੰਜਾਬੀ ਨਹੀਂ ਆਉਂਦੀ ਜੀ, ਇਹ ਲੋਕ ਨੂੰ ਲੋਕ ਕਹਿੰਦਾ ਵਾ। ਹਾਲਾਂਕਿ ਇਹਦੇ 'ਚ ਕੋਈ ਬਹੁਤ ਜ਼ਿਆਦਾ ਡਿਫਰੈਂਸ ਨਹੀਂ, ਆਪਾਂ ਨੋਰਮਲ ਕੋਰਸ ਵਿੱਚ ਸਭ ਕੁਝ ਦੇ। ਇਹਨੂੰ ਮੇਰੀ ਉਸ ਛੋਟੀ ਜਿਹੀ ਗੱਲ ਦੇ ਉੱਤੇ ਕਿੱਡੀ ਵੱਡੀ ਆਬਜੈਕਸ਼ਨ ਹੋਈ ਕਿ ਵਿਧਾਨ ਸਭਾ ਦੇ ਵਿੱਚ ਸਮਾਂ ਬਰਬਾਦ ਕੀਤਾ, ਤੇ ਹੁਣ ਆਪ ਸ਼ਰਾਬੀ ਹਾਲਤ ਵਿੱਚ ਜਹਾਜ਼ ਤੋਂ ਕੱਢ ਦਿੱਤਾ ਜਾਂਦਾ, ਇੱਕ ਵਿਦੇਸ਼ ਦੀ ਧਰਤੀ ਦੇ ਉੱਤੇ ਸਾਡੀ ਬੇਇੱਜ਼ਤੀ ਕਰਾਉਂਦਾ, ਸਾਡੀ ਤੋਹੀਨ ਕਰਾਉਂਦਾ। ਤੇ ਜੇ ਤੁਹਾਡੇ ਵਿੱਚ ਵੀ ਮਾੜੀ ਜੀ ਨੈਤਿਕਤਾ ਬਚੀ ਆ ਭਗਵੰਤ ਸਿੰਘ ਮਾਨ ਸਾਹਿਬ, ਤੇ ਆਪ ਇਸਤੀਫਾ ਦੇ ਦਿਓ। ਕਿਸੇ ਘੱਟੋ ਘੱਟ ਇਹੋ ਜਿਹੇ ਬੰਦੇ ਨੂੰ ਬਣਾ ਦਿਓ ਜਿਹੜਾ ਜਿੰਨਾ ਦੇਰ ਉਹ ਕੰਮ ਕਰਦਾ ਘੱਟੋ ਘੱਟ ਸੂਫੀ ਹਾਲਤ ਵਿੱਚ ਤਾਂ ਰਵੇ, ਆਪਣੇ ਸਟੇਟ ਆਫ ਮਾਈਂਡ ਨੂੰ ਤਾਂ ਕੰਟਰੋਲ ਕਰ ਸਕੇ। ਤੁਸੀਂ ਫੈਸਲੇ ਕੀ ਲਵੋਗੇ ਜੇ ਤੁਸੀਂ ਇਸ ਹਾਲਾਤ ਵਿੱਚ ਤੁਹਾਡਾ ਮੈਂਟਲ ਸਟੇਟ ਆਫ ਮਾਈਂਡ ਹੈ, ਤੁਸੀਂ ਫੈਸਲੇ ਕਰੈਕਟ ਪੰਜਾਬ ਦੇ ਵਾਸਤੇ ਕਿੱਦਾਂ ਲੈ ਸਕਦੇ ਹੋ? ਬਹੁਤ ਸਾਰੀਆਂ ਗੱਲਾਂ ਹੋਰ ਨੇ, ਲੇਕਿਨ ਅੱਜ ਮੈਂ ਵਿਸ਼ਾ ਇਹ ਰੱਖਿਆ ਵਾ। ਤੇ ਜਿਹੜੇ ਅੰਨੇ ਜੇ ਭਗਤ ਬਣੇ ਫਿਰਦੇ ਇਹਨਾਂ ਦੇ ਝਾੜ ਬੋਕਰ ਵਾਲਿਆਂ ਦੇ, ਉਹਨਾਂ ਨੂੰ ਮੇਰੀ ਬੇਨਤੀ ਕਿ ਸਾਡੀ ਵੀਡੀਓ ਤੋਂ ਪਰੇ ਰਿਹਾ ਕਰੋ। ਅਸੀਂ ਨੋਟ ਵੀ ਲਿਖ ਕੇ ਦਿੰਨੇ ਆ, ਉਹਦੇ ਬਾਵਜੂਦ ਤੁਸੀਂ ਆਣ ਕੇ ਵਿੱਚ ਗਾਲੀ ਗਲੋਚ ਕਰਦੇ ਆ, ਇਹ ਸ਼ੋਭਦਾ ਨਹੀਂਗਾ। ਤੁਹਾਡੇ ਪੱਲੇ ਕੱਖ ਨਹੀਂਗਾ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਇਹਨਾਂ ਵਾਸਤੇ ਲੜਦੇ ਫਿਰਦੇ, ਗਾਲਾਂ ਕੱਢਦੇ, ਗਾਲਾਂ ਖਾਂਦੇ ਨੇ। ਤੁਹਾਡੀ ਤਾਂ ਕਦੀ ਵਾਰੀ ਨਹੀਂ ਕਦੀ ਆਉਣੀ। ਇਹਨਾਂ ਨੇ ਜਦ ਵੀ ਨੌਕਰੀਆਂ ਦੇਣੀਆਂ ਇਹਨਾਂ ਨੇ ਗੈਰ ਪੰਜਾਬੀਆਂ ਨੂੰ ਦੇਣੀਆਂ। ਇਹ they cannot help it because basically they have no interest with Punjab, they have no love for Punjab। ਇਸ ਕਰਕੇ ਤੁਸੀਂ ਲੜਨਾ ਬੰਦ ਕਰੋ। ਤੇ ਮੇਰੀ ਰੀਇਟਰੇਟ ਕਰਦਾ ਕਿ ਭਗਵੰਤ ਮਾਨ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ, ਔਰ ਜਿਹੜਾ ਇਹਦੀ ਪ੍ਰੋਪਰ ਜਾਂਚ ਜਿਹੜੀ ਆ ਉਹ ਗਵਰਨਮੈਂਟ ਆਫ ਇੰਡੀਆ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕਰੇ। ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਸੁਖਪਾਲ ਸਿੰਘ ਖਹਿਰਾ।